ਬੁੱਧ ਜੀਵਨ ਅਤੇ ਸਿੱਖਿਆਵਾਂ ਦੇ ਸਾਰੇ ਸਾਥੀਆਂ ਨੂੰ ਸਤਿਕਾਰ ਸਾਹਿਤ ਨਮੋ ਬੁੱਧਾਏ। ਸਾਥੀਓ, ਮੈਂ ਜਿੱਥੋਂ ਤੱਕ ਸਟੱਡੀ ਕੀਤਾ, ਆਪਾਂ ਜਿੰਨੇ ਵੀ ਮੂਲ ਨਿਵਾਸੀ ਹਾਂ, ਸਾਨੂੰ ਅੰਗਰੇਜ਼ਾਂ ਦੇ ਬਹੁਤ ਬਹੁਤ ਅਹਿਸਾਨਮੰਦ ਹੋਣਾ ਚਾਹੀਦਾ, ਕਿਉਂਕਿ ਅੰਗਰੇਜ਼ਾਂ ਨੇ ਖਾਸ ਕਰਕੇ ਐਲੈਗਜ਼ੈਂਡਰਾ ਕਨਿੰਗਹੈਮ, ਜਿਹਨੇ ਬੁੱਧ ਨੂੰ ਧਰਤੀ 'ਚੋਂ ਬਾਹਰ ਕੱਢ ਕੇ ਦੁਨੀਆ ਦੇ ਅੱਗੇ ਪੇਸ਼ ਕੀਤਾ। ਠੀਕ ਆ, ਜਿਹੜੇ ਮੁਸਲਮਾਨ ਸੀਗੇ ਉਹਨੇ ਕਿੰਨੀ ਦੇਰ ਰਾਜ ਕੀਤਾ, ਲੇਕਿਨ ਕਦੇ ਵੀ ਹਿੰਦੂਆਂ ਨੇ, ਬਾਹਮਣਾਂ ਨੇ ਇਹ ਨਹੀਂ ਕਿਹਾ ਕਿ ਮੁਗਲੋ ਭਾਰਤ ਛੱਡੋ। ਲੇਕਿਨ 250-300 ਸਾਲ ਬਾਅਦ ਅੰਗਰੇਜ਼ਾਂ ਨੂੰ ਕਿਉਂ ਕਹਿਤਾ ਕਿ ਭਾਰਤ ਛੱਡੋ? ਕਿਉਂਕਿ ਉਹਨੀ ਇਨਸਾਨੀਅਤ ਦੀ ਗੱਲ ਕੀਤੀ, ਗਰੀਬਾਂ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਕੀਤੀ। ਤੋ ਹੁਣ ਕਿਉਂਕਿ ਬੁੱਧ ਧਰਮ ਮੁੜ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਮਿਹਰਬਾਨੀ ਦੇ ਨਾਲ ਜੰਬੂ ਦੀਪ ਦੇ ਵਿੱਚ, ਭਾਰਤ ਦੇ ਵਿੱਚ ਸਰਜੀਤ ਹੋ ਰਿਹਾ, ਤਾਂ ਜਿਨ੍ਹਾਂ ਨੇ ਬੁੱਧ ਧਰਮ ਨੂੰ ਜੰਬੂ ਦੀਪ ਦੀ ਧਰਤੀ ਤੋਂ ਅਲੋਪ ਕੀਤਾ ਸੀ, ਉਹ ਮੱਛੀ ਜਿੱਦਾਂ ਪਾਣੀ ਤੋਂ ਬਾਹਰ ਤੜਫਦੀ ਹੁੰਦੀ ਉੱਦਾਂ ਤੜਫ ਰਹੇ ਆ। ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਮੂਲ ਨਿਵਾਸੀ ਨਾਗਵੰਸ਼ੀ ਲੋਕ ਜਿਹੜੇ ਆ, ਫਾਰਮਰ ਬੁੱਧਿਸਟ ਆ, ਜਿਸ ਤਰ੍ਹਾਂ ਉਹ ਜਾਗਰੂਕ ਹੋ ਰਹੇ ਆ, ਉਹਨਾਂ ਦੇ ਵਿੱਚ ਨੌਜਵਾਨ ਤਬਕਾ ਜਿਹੜਾ ਆ ਉਹ ਇੰਨਾ ਅੱਗੇ ਆ ਰਿਹਾ, ਤਾਂ ਜਿਹੜਾ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਭਾਰਤ ਨੂੰ ਬੁੱਧਮਈ ਦੇਸ਼ ਦੇਖਣਾ ਚਾਹੁੰਦਾ, ਇਹ ਤਾਂ ਬਣ ਜਾਣਾ। ਤਾਂ ਜਿੱਦਾਂ ਉਹਨਾਂ ਦਾ ਧਰਮ ਜਿਹੜਾ 100% ਝੂਠ ਦੇ ਉੱਤੇ, ਉਹ ਨਹੀਂ ਕਿਤੇ ਬਾਂਦਰ ਪਹਾੜ ਲੈ ਕੇ ਉੜਿਆ ਆ, ਕੋਈ ਸਿਰ ਵਿੱਚ ਗੰਗਾ ਪਾਈ ਜਾਂਦਾ ਆ, ਕਿਤੇ ਖੀਰ ਖਾਣ ਦੇ ਨਾਲ 3-3 ਨਿਆਣੇ ਹੋ ਜਾਂਦੇ ਆ, ਕਿਤੇ ਘੜਿਆਂ ਦੇ ਵਿੱਚੋਂ ਨਿਆਣੇ ਨਿਕਲਣ ਲੱਗ ਪੈਂਦੇ ਹਲ ਵਾਹੁੰਦਿਆਂ 'ਤੇ। ਤਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨੇ ਪਹਿਲਾਂ ਕੀਤੀਆਂ, ਉਹਨੇ ਹੁਣ ਵੀ ਕਰਨੀਆਂ ਆ। ਅਤੇ ਉਹ ਹੁਣ ਬੁੱਧ ਧਰਮ ਦੇ ਉੱਤੇ, ਤਾਂ ਜਿਹੜੇ ਸਾਡੇ ਸਿੱਖ ਭਰਾ ਆ, ਉਹ ਵੀ ਜਿਹੜੇ ਆਪਣੇ ਉਹਨਾਂ ਦੇ ਗੁਰੂ ਬਾਹਮਣ ਆ, ਜਿਹੜੀ ਤੂਤੀ ਉਹ ਬੋਲਦੇ ਆ, ਉਹੀ ਸਿੱਖ ਬੋਲਦੇ ਆ। ਅਤੇ ਇਹ ਜਿਹੜਾ ਸੋਸ਼ਲ ਮੀਡੀਆ ਵਿੱਚ ਇੱਕ ਪਾਇਆ ਸੀਗਾ, ਵੈਸੇ ਮੈਂ ਤਾਂ ਬਹੁਤ ਦੇਰ ਪਹਿਲਾਂ ਪੜ੍ਹਿਆ ਸੀਗਾ, ਇਹਦਾ ਜਵਾਬ ਦੇਣ ਲਈ ਮੈਂ ਜਿਹੜੀ ਆ 5 ਮਹਾਂਥੇਰੀਆਂ ਪੰਜਾਬੀ ਵਿੱਚ ਲਿਖੀ ਸੀ ਕਿ ਬੁੱਧ ਨੇ 2600 ਸਾਲ ਪਹਿਲਾਂ ਵੈਸ਼ਾਲੀ ਦੇ ਵਿੱਚ ਔਰਤਾਂ ਨੂੰ ਬਰਾਬਰ ਦਾ ਹੱਕ ਦੇ ਦਿੱਤਾ ਸੀਗਾ। ਅਤੇ ਖੈਰ ਜਿਹੜੇ ਮੂਰਖ ਹੁੰਦੇ ਆ, ਉਹਨੀ ਤਾਂ ਉਹ ਮੂਰਖਤਾ ਤੋਂ ਬਾਜ਼ ਨਹੀਂ ਆਉਣਾ ਹੈ, ਪਰ ਫਿਰ ਵੀ ਜਿਹੜੀ ਆਮ ਜਨਤਾ, ਉਹਨਾਂ ਦੇ ਸਾਹਮਣੇ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ। ਅਤੇ ਮੈਂ ਬੁੱਧ ਦੇ ਬਾਰੇ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਰਾਜਾ ਪ੍ਰਸੇਨਜਤ ਪ੍ਰਵਚਨ ਸੁਣ ਰਿਹਾ ਸੀ ਜੇਤਵਨ ਦੇ ਵਿੱਚ, ਜਿਹੜਾ ਅਨਾਥ ਪਿੰਡਕ ਨੇ ਬਣਾਇਆ ਸੀ, ਅਤੇ ਉਹਦੇ ਵਿੱਚ ਜਦੋਂ ਪ੍ਰਵਚਨ ਕਰ ਰਹੇ ਸੀਗੇ, ਤਾਂ ਰਾਜਾ ਪ੍ਰਸੇਨਜਤ ਦੇ ਕੰਨ ਵਿੱਚ ਆ ਕੇ ਉਹਦੇ ਸਿਪਾਹੀ ਨੇ ਕੋਈ ਗੱਲ ਕਹੀ, ਤਾਂ ਉਹਦਾ ਚਿਹਰਾ ਇੱਕਦਮ ਮੁਰਝਾ ਗਿਆ, ਉਦਾਸ ਹੋ ਗਿਆ। ਅਤੇ ਜਾਣੀ ਜਿਹੜੀ ਸਾਈਕੋਲੋਜੀ ਆ, ਉਹ ਤਾਂ ਅੱਜ ਵੀ ਹੈਗੀ ਆ, ਹਜ਼ਾਰਾਂ ਸਾਲ ਪਹਿਲਾਂ ਵੀ ਸੀ। ਅਤੇ ਸਾਕੀਆ ਮੁਨੀ ਗੌਤਮ ਬੁੱਧ ਨੇ ਜਦੋਂ ਪ੍ਰਸੇਨਜਤ ਵਾਲਾ ਦੇਖਿਆ, ਤਾਂ ਪਤਾ ਤਾਂ ਉਹਨਾਂ ਨੂੰ ਸੀਗਾ, ਲੱਗ ਗਿਆ ਵੀ ਕੋਈ ਖਾਸ ਗੱਲ ਹੋਈ ਆ। ਤਾਂ ਉਹ ਪੁੱਛਣਿਆ ਉਹਨਾਂ ਨੂੰ ਵੀ ਤੂੰ ਤੇ ਪ੍ਰਵਚਨ ਬੜੇ ਖੁਸ਼ ਚਿਹਰੇ ਨਾਲ ਸੁਣ ਰਿਹਾ ਸੀਗਾ, ਲੇਕਿਨ ਇੱਕਦਮ ਕੀ ਹੋਇਆ, ਤੇਰਾ ਚਿਹਰਾ ਮੁਰਝਾ ਗਿਆ? ਤਾਂ ਉਹਨੇ ਦੱਸਿਆ ਵੀ ਹੁਣੇ ਹੀ ਮੇਰੇ ਕੰਨ ਵਿੱਚ ਮੈਨੂੰ ਮੇਰੇ ਸਿਪਾਹੀ ਨੇ ਆ ਕੇ ਦੱਸਿਆ ਵੀ ਮੇਰੀ ਰਾਣੀ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ, ਅਤੇ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਸਦਮਾ ਲੱਗਾ। ਅਤੇ ਫਿਰ ਭਗਵਾਨ ਬੁੱਧ ਨੇ ਪ੍ਰਵਚਨ ਦਿੱਤਾ ਕਿ ਜਿਹੜੀ ਔਰਤ ਆ, ਉਹੀ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਆ। ਤੂੰ ਵੀ ਇੱਕ ਮਾਂ ਦੇ ਪੇਟ ਵਿੱਚੋਂ ਜਨਮ ਲਿਆ। ਜਿਹੜੀ ਇੱਕ ਲੜਕੀ ਆ, ਜਿਹੜੀ ਔਰਤ ਆ, ਉਹ ਮਰਦ ਦੇ ਨਾਲੋਂ ਕਿਸੇ ਵੀ ਗੱਲ ਵਿੱਚ ਘੱਟ ਨਹੀਂ ਹੈ। ਤੋ ਜਿਹੜੀ ਲੜਕੀ ਆ, ਉਹ ਵੀ ਹਰ ਕੰਮ ਕਰ ਸਕਦੀ ਹੈ ਜਿਹੜਾ ਮਰਦ ਕਰ ਸਕਦਾ ਆ। ਅਤੇ ਬੁੱਧ ਨੇ ਉੱਥੇ ਲੰਮਾ ਚੌੜਾ ਪ੍ਰਵਚਨ ਦਿੱਤਾ, ਜਿਹੜਾ ਕਿ ਲਿਖਤੀ ਰੂਪ ਵਿੱਚ ਹੈਗਾ ਆ। ਅਤੇ ਇੱਕ ਵਾਰੀ ਬੁੱਧ ਨੂੰ ਕਿਸੇ ਨੇ ਸਵਾਲ ਕੀਤਾ ਵੀ ਦੁਨੀਆ ਦੇ ਵਿੱਚ ਸਭ ਤੋਂ ਅੱਛਾ ਸਾਥ ਕਿਹੜਾ ਆ? ਹੁਣ ਦੇਖੋ ਸਾਥੀਓ, ਸਾਥ ਤੇ ਦੋ ਭਰਾ ਜਿਨ੍ਹਾਂ ਦਾ 2 ਸਾਲ ਦਾ ਫਰਕ ਹੁੰਦਾ ਜਾਂ 3 ਸਾਲ ਦਾ ਫਰਕ ਹੁੰਦਾ, ਉਹ ਵੀ ਸਾਥ ਆ। ਜਾਂ ਭੈਣ ਭਰਾ ਦਾ ਵੀ ਸਾਥ ਆ। ਹੁਣ ਮੇਰੀ ਭੈਣ ਮੇਰੇ ਤੋਂ 6 ਸਾਲ ਬੜੀ ਆ। ਕਈ ਵਾਰੀ ਸਾਡੀ ਮਾਂ ਨੇ ਹੋਰ ਕੰਮ ਵਿੱਚ ਬਿਜ਼ੀ ਹੋਣਾ, ਤਾਂ ਉਹਨੇ ਮੈਨੂੰ ਮੂੰਹ ਧੋਣਾ, ਬੋਦਾ ਵਾਹੁਣਾ, ਬਸਤਾ ਦੇਣਾ, ਮੈਨੂੰ ਤਿਆਰ ਕਰਕੇ ਸਕੂਲ ਭੇਜਣਾ।
ਮੇਰੀ ਭੈਣ ਦਾ ਤਾਂ ਮੇਰਾ ਵੀ ਸਾਥ ਆ, ਉਹਨੇ ਮੇਰਾ ਬੱਚਿਆਂ ਦੀ ਤਰ੍ਹਾਂ ਦੇਖਭਾਲ ਕੀਤੀ ਆ। ਮਾਂ ਪੁੱਤ ਦਾ ਵੀ ਸਾਥ ਆ, ਦੁਨੀਆ 'ਚ ਸਾਰੇ ਹੀ ਸਾਥ ਆ। ਲੇਕਿਨ ਬੁੱਧ ਨੇ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਅੱਛਾ ਪਤੀ ਪਤਨੀ ਦਾ ਸਾਥ ਆ। ਅਤੇ ਗਾਹਾਂ ਮੇਰੇ ਵਰਗੇ ਨੇ ਸਵਾਲ ਕੀਤਾ ਕਿ ਭਗਵਾਨ ਬੁੱਧ ਉਹ ਕਿੱਦਾਂ? ਉਹਨੇ ਕਿਹਾ ਦੇਖੋ, ਜਿਹੜੇ ਬਾਕੀ ਸਾਰੇ ਰਿਸ਼ਤੇ ਆ ਉਹ ਬਦਲ ਜਾਂਦੇ ਆ। ਜਦੋਂ ਬੱਚੇ ਨੂੰ ਮਾਂ ਪੇਟ ਵਿੱਚ ਰੱਖਦੀ ਆ, ਉਹਦਾ ਗੰਦਮੂਲ ਸਾਫ਼ ਕਰਦੀ ਆ, ਜਿੰਨੀ ਦੇਰ ਉਹ 4-5 ਸਾਲ ਦਾ ਨਹੀਂ ਹੁੰਦਾ, ਮਾਂ ਸਭ ਕੁਛ ਕਰਦੀ ਆ। ਔਰ ਫਿਰ ਜਦੋਂ 10-11 ਸਾਲ ਦਾ ਹੁੰਦਾ ਤਾਂ ਅਲੱਗ ਕਮਰੇ ਵਿੱਚ ਜਾ ਕੇ ਮਾਂ ਦੇ ਸਾਹਮਣੇ ਕੱਪੜੇ ਨਹੀਂ ਬਦਲਦਾ, ਜਾਣੀ ਰਿਸ਼ਤਾ ਬਦਲ ਗਿਆ, ਸ਼ਰਮ ਦਾ ਪਰਦਾ ਵਿੱਚ ਆ ਗਿਆ। ਇੱਦਾਂ ਹੀ ਪੇ ਪੁੱਤ ਆ, ਇੱਦਾਂ ਹੀ 2 ਭਰਾ ਆ। ਛੋਟੇ ਹੁੰਦੇ 2 ਭਰਾ ਨੰਗੇ ਹੀ ਖੇਲਦੇ ਰਹਿੰਦੇ ਆ, ਅਤੇ ਲੇਕਿਨ ਜਦੋਂ ਬੜੇ ਹੁੰਦੇ ਆ ਤਾਂ ਪਰਦਾ ਵਿੱਚ ਆ ਜਾਂਦਾ। ਲੇਕਿਨ ਪਤੀ ਪਤਨੀ ਦਾ ਇੱਕ ਉਹ ਸਾਥ ਆ ਜਿਹੜਾ ਜਿਸ ਤਰ੍ਹਾਂ ਸ਼ੁਰੂ ਹੁੰਦਾ ਉਸੇ ਤਰ੍ਹਾਂ ਜਿੰਨੀ ਦੇਰ ਇਸ ਦੁਨੀਆ 'ਚ ਰਹਿੰਦੇ ਆ, ਉਹ ਰਿਸ਼ਤਾ ਉਸੇ ਤਰ੍ਹਾਂ ਬਣਿਆ ਰਹਿੰਦਾ। ਮਰਦ ਆਪਣੀ ਵਾਈਫ ਨੂੰ ਦੱਸ ਸਕਦਾ ਕਿ ਇਹ ਮੈਨੂੰ ਪ੍ਰੋਬਲਮ ਆ, ਇਹ ਮੈਨੂੰ ਬਿਮਾਰੀ ਆ। ਇੱਕ ਵਾਈਫ ਆਪਣੇ ਹਸਬੈਂਡ ਨੂੰ ਦੱਸ ਸਕਦੀ ਆ। ਤੋ ਇਸ ਕਰਕੇ ਪਤੀ ਪਤਨੀ ਦਾ ਸਭ ਤੋਂ ਅੱਛਾ ਸਾਥ ਆ। ਅਤੇ ਦੂਸਰੀ ਗੱਲ, ਕਿਸੇ ਨੇ ਬੁੱਧ ਨੂੰ ਪੁੱਛਿਆ ਵੀ ਦੁਨੀਆ ਵਿੱਚ ਸਭ ਤੋਂ ਪਵਿੱਤਰ ਕੀ ਆ? ਹੁਣ ਦੇਖੋ, ਉਸ ਸਮੇਂ ਕਪਾਹ ਦੇ ਫੁੱਲ ਨੂੰ ਵੀ ਪਵਿੱਤਰ ਕਿਹਾ ਜਾ ਸਕਦਾ, ਕਿਉਂਕਿ ਉਹ ਤੋਂ ਕੱਪੜਾ ਬਣਦਾ ਸੀ। ਜਾਂ ਗੁਲਾਬ ਦਾ ਫੁੱਲ ਬਹੁਤ ਸੁੰਦਰ ਆ, ਉਹਨੂੰ ਵੀ ਕਿਹਾ ਜਾ ਸਕਦਾ ਵੀ ਗੁਲਾਬ ਦਾ ਫੁੱਲ ਬਹੁਤ ਪਵਿੱਤਰ ਆ। ਜਾਂ ਕਿਸੇ ਦਰਿਆ ਨਦੀ ਦੇ ਪਾਣੀ ਨੂੰ, ਜਿਸ ਤਰ੍ਹਾਂ ਇੰਡੀਆ ਦੇ ਲੋਕ ਗੰਗਾ ਨੂੰ ਮੰਨਦੇ ਆ। ਲੇਕਿਨ ਬੁੱਧ ਨੇ ਕਿਹਾ ਦੁਨੀਆ ਵਿੱਚ ਸਭ ਤੋਂ ਔਰਤ ਪਵਿੱਤਰ ਆ। ਅਤੇ ਜਾਣੀ ਬੁੱਧ ਨੇ ਹਮੇਸ਼ਾ ਔਰਤ ਨੂੰ ਉੱਚਾ ਦਰਜਾ ਦਿੱਤਾ। ਇਸੇ ਕਰਕੇ ਵੈਸ਼ਾਲੀ ਦੇ ਵਿੱਚ ਭਿੱਖੂ ਸੰਘ ਬਣਾਉਣ ਤੋਂ 5 ਸਾਲ ਬਾਅਦ ਭਿੱਖੁਣੀ ਸੰਘ ਬਣਾਇਆ। ਅੱਜ ਵੀ ਭਾਰਤ ਦੇ ਵਿੱਚ ਤਕਰੀਬਨ 300-400 ਇੰਡੀਅਨ ਭਿੱਖੁਣੀਆਂ ਆ। ਤਾਂ ਜੇ ਤੁਸੀਂ ਤਾਇਵਾਨ ਚਲੇ ਜਾਓ ਜਾਂ ਕੋਰੀਆ ਵਗੈਰਾ ਚਲ ਜਾਓ, ਉੱਥੇ ਤਾਂ ਭਿੱਖੁਣੀਆਂ ਦੇ ਬੁੱਧ ਵਿਹਾਰ ਇੰਨੇ ਵੱਡੇ ਆ ਕਿ ਇੰਡੀਆ ਦੇ ਵਿੱਚ ਤੁਸੀਂ ਬੜੀ ਵੱਡੀ ਤੋਂ ਵੱਡੀ ਧਾਰਮਿਕ ਜਗ੍ਹਾ ਕੋਈ ਵੀ ਲੈ ਲਓ, ਓਡੀਆਂ ਨਹੀਂ ਹੋਣੀਆਂ। ਤੋ ਇਸ ਕਰਕੇ ਅਗਰ ਬੁੱਧ ਧਰਮ ਵੀ ਇੱਦਾਂ ਦਾ ਹੁੰਦਾ ਜਿੱਦਾਂ ਦੀਆਂ ਸਾਡੇ ਲੋਕ, ਕਿਉਂਕਿ ਇਹਨਾਂ ਦੇ ਮਾਇੰਡ ਗੰਦੇ ਆ, ਜਿੱਦਾਂ ਦੀਆਂ ਗੱਲਾਂ ਕਰਦੇ ਆ, ਅਗਰ ਬੁੱਧ ਧਰਮ ਇੱਦਾਂ ਦਾ ਹੁੰਦਾ ਤਾਂ ਅੱਜ 26 ਦੇਸ਼ਾਂ ਵਿੱਚ ਮੈਜੋਰਟੀ ਵਿੱਚ ਰਾਜ ਕਰਦਾ। ਜਦੋਂ ਕਿ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਰਾਜਪੁਰਾ ਨਹੀਂ ਟੱਪ ਸਕੇ। ਔਰ ਜਿਹੜੇ ਆਪਣੇ ਆਪ ਨੂੰ ਸਨਾਤਨ ਧਰਮ ਕਹਿੰਦੇ ਆ, 15,000 ਸਾਲ ਪੁਰਾਣਾ ਧਰਮ ਆ। ਕਾਲ 'ਚ ਆਪਣੇ ਸਤਯੁੱਗ ਇੰਨਾ ਲੰਬਾ ਸੀ, ਦੁਆਪਰ ਇੰਨਾ ਸੀ, ਤਿਆਪਰ ਇੰਨਾ ਸੀ, ਕਲਯੁੱਗ ਇੰਨਾ ਸੀਗਾ। ਜਿਹੜੀਆਂ ਹੈ ਨਾ ਇਹ ਬੇਵਕੂਫੀ ਦੀਆਂ ਗੱਲਾਂ ਬਣਾਈਆਂ ਆ, ਇਹ ਦੂਜੀ ਦੁਨੀਆ ਵਿੱਚ ਕਿਉਂ ਨਹੀਂ ਗਿਆ? ਬੁੱਧ ਹੀ ਕਿਉਂ ਚਲੇ ਗਿਆ? ਇਹਨਾਂ ਦੇ ਦੇਵੀ ਦੇਵਤਾ ਉੜਦੇ ਆ, ਬੁੱਧ ਤਾਂ ਬਿਲਕੁਲ ਨਹੀਂ ਉੜਿਆ। ਉਹ ਤਾਂ ਪੈਦਲ ਚੱਲੇ ਆ 45 ਸਾਲ। ਉਹਨੇ ਆਪਣੀ ਗੱਲ ਪੈਦਲ ਚੱਲ ਕੇ ਕੀਤੀ ਆ। ਔਰ ਉਹਨੇ ਉਹ ਰਾਜੇ ਦੇ ਬੇਟੇ ਖੁਦ ਸੀਗੇ ਕਿ ਚਾਹੁੰਦੇ ਤਾਂ 6 ਘੋੜਿਆਂ ਵਾਲਾ ਰੱਥ ਜਾਂ 4 ਘੋੜਿਆਂ ਵਾਲਾ ਰੱਥ ਲੈ ਸਕਦੇ ਸੀਗੇ, ਲੇਕਿਨ ਨਹੀਂ, ਉਹਨੇ ਪੈਦਲ ਚੱਲ ਕੇ 45 ਸਾਲ ਆਪਣੀ ਗੱਲ ਲੋਕਾਂ ਨੂੰ ਦੱਸੀ। ਤੋ ਇਸ ਕਰਕੇ ਜਿਹੜੀਆਂ ਉਲਟੀਆਂ ਸਿੱਧੀਆਂ ਗੱਲਾਂ ਕਰਨੀਆਂ, ਗਲਤ ਗੱਲਾਂ ਕਰਨੀਆਂ, ਇਹਦੇ ਨਾਲ ਉਹਨਾਂ ਦੇ ਧਰਮ ਦਾ ਕੋਈ ਮਿਆਰ ਵੱਧ ਨਹੀਂ ਜਾਂਦਾ, ਲੇਕਿਨ ਘਟਦਾ ਆ। ਤੋ ਇਸ ਕਰਕੇ ਗੱਲ ਉਹ ਕਰੋ ਜਿਹੜੀ ਹਕੀਕਤ ਆ, ਜਿਹੜੀ ਸੱਚਾਈ ਆ। ਥੈਂਕ ਯੂ ਵੈਰੀ ਮੱਚ। ਨਮੋ ਬੁੱਧਾਏ।